विद्यार्थियों की हाल है ਤੁਹਾਡਾ मैम वधिया ਤੁਹਾਨੂੰ पता ਅੱਜ ਅਸੀਂ ਕੀ ਪੜ੍ਹਨਾ नहीं मैम ठीक है ਤੁਹਾਨੂੰ ਮੈਂ ਨਾ ਵਿਸ਼ਾ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਕੁਝ ਸਵਾਲ ਪੁੱਛਾਂਗੀ ਤਾਂ ਤੁਸੀਂ ਜਵਾਬ ਦਿਓਗੇ ਬੱਚਿਓ हाँ जी ਹੁਣ मैम ਮੈਨੂੰ ਤੁਸੀਂ ਦੱਸਿਓ ਬੱਚਿਓ ਤੁਸੀਂ ਕਿਹੜੇ ਦੇਸ਼ ਵਿੱਚ ਰਹਿੰਦੇ ਹੋ मैम जी भारत ਸ਼ਾਬਾਸ਼ ਹਾਂਜੀ ਬੱਚੇ ਮੈਨੂੰ ਤੁਸੀਂ ਦੱਸੋਗੇ ਕਿ ਭਾਰਤ ਕਿਹਨਾਂ ਦਾ ਗੁਲਾਮ ਰਿਹਾ ਆ मैम अंग्रेजा का ਸ਼ਾਬਾਸ਼ ਹਾਂਜੀ ਬੱਚੇ ਮੈਨੂੰ ਤੁਸੀਂ ਦੱਸੋਗੇ ਅੰਗਰੇਜ਼ਾਂ ਦੁਆਰਾ ਜਿਹੜੀਆਂ ਨੀਤੀਆਂ ਚਲਾਈਆਂ ਸੀ ਤੇ ਲੋਕਾਂ ਨੂੰ ਭਾਰਤੀ ਲੋਕਾਂ ਨੇ ਕਿਸ ਤਰ੍ਹਾਂ ਵਿਰੋਧ ਕੀਤਾ ਸੀ मैम विरोध ਹਾਂ ਵਿਦਰੋਹ ਦੁਆਰਾ ਹਨਾ ਸ਼ਾਬਾਸ਼ ਬੱਚਿਓ ਹੁਣ ਮੈਨੂੰ ਦੱਸੋ ਸੈਨਿਕ ਵਿਦਰੋਹ ਕਿਸ ਨੂੰ ਕਹਿੰਦੇ ਹਨ मैम 1857 ईस्वी ਹਾਂਜੀ ਸ਼ਾਬਾਸ਼ ਤੇ ਬੱਚੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ 1857 ਈਸਵੀ ਦੇ ਵਿਦਰੋਹ ਬਾਰੇ ਵਿਸਥਾਰਪੂਰਵਕ ਦੱਸੋਗੇ नहीं मैम ਫਿਰ ਠੀਕ ਹੈ ਬੱਚਿਓ ਅੱਜ ਅਸੀਂ ਨਾ 1857 ਈਸਵੀ ਦੇ ਵਿਦਰੋਹ ਬਾਰੇ ਵਿਸਥਾਰਪੂਰਵਕ ਪੜਾਂਗੇ पढ़ा ठीक है बच्चे कापी खोलो अपने ठीक है देखो पहले ਅਸੀਂ ਦੇਖਦੇ ਹਾਂ 1857 ਈਸਵੀ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇੱਕ ਭਿਆਨਕ ਵਿਦਰੋਹ ਹੋਇਆ ਸੀ ਜਦੋਂ ਅੰਗਰੇਜ਼ਾਂ ਵਿਰੁੱਧ ਭਿਆਨਕ ਵਿਦਰੋਹ ਹੋਇਆ ਸੀ ਜਿਸ ਨੂੰ ਕੁਝ ਇਤਿਹਾਸਕਾਰ ਕੀ ਹੈ ਸੈਨਿਕ ਵਿਦਰੋਹ ਅੱਜ ਕਹਿੰਦੇ ਆ ਸੈਨਿਕ ਵਿਦਰੋਹ ਕਹਿੰਦੇ ਹਨ ਇਸ ਨੂੰ ਕੀ ਹੈ ਸੁਤੰਤਰਤਾ ਦੀ ਪਹਿਲੀ ਲੜਾਈ ਵੀ ਕਹਿੰਦੇ ਹਨ ਕੀ ਹੈ ਪਹਿਲੀ ਲੜਾਈ ਪਹਿਲੀ ਲੜਾਈ ਵੀ ਕਹਿੰਦੇ ਆ ਠੀਕ ਹੈ ਪਹਿਲੀ ਲੜਾਈ ਠੀਕ ਹੈ ਕਿ ਭਾਵੇਂ ਜਿਹੜੇ ਅੰਗਰੇਜ਼ਾਂ ਨੇ ਭਾਵੇਂ ਜਿਹੜਾ ਇਹ ਵਿਦਰੋਹ ਸੀਗਾ ਅੰਗਰੇਜ਼ਾਂ ਨੇ ਠੱਪ ਕਰ ਦਿੱਤਾ ਸੀ ਪਰੰਤੂ ਫਿਰ ਵੀ ਇਸ ਨੂੰ ਮਤਲਬ ਹਰਾਉਣ ਵਾਲਾ ਮੰਨਿਆ ਜਾਂਦਾ ਹੈ ਇੱਕ ਮਹੱਤਵਪੂਰਨ ਵਿਦਰੋਹ ਮੰਨਿਆ ਜਾਂਦਾ ਹੈ ਠੀਕ ਹੈ ਬੱਚੇ ਹੁਣ ਜਿਹੜੇ ਵਿਦਰੋਹ ਹੋਏ ਸੀ ਕਿਸ ਕਾਰਨਾਂ ਕਰਕੇ ਹੋਏ ਸੀ ਕਿਸ ਕਾਰਨਾਂ ਕਰਕੇ ਭਾਰਤ ਨੇ ਕੀਤੇ ਸੀ ਦੇਖੋ ਠੀਕ ਹੈ ਕਿਹੜੇ ਕਿਹੜੇ ਕਾਰਨ ਸੀ ਰਾਜਨੀਤਿਕ ਕਾਰਨ ਕਿਹੜੇ ਕਾਰਨ ਸੀ ਕਾਕੇ ਤੇ ਲਿਖੋ ਬੱਚੇ राजनीतिक कारण सामाजिक कारण धार्मिक कारण ठीक है आर्थिक कारण ठीक है हो गया सैनिक कारण लिखने पे बच्चे हाँ जी मैम सैनिक कारण ठीक है ये तत्कालीन कारण ठीक है लिखने पे बच्चे हाँ जी मैम हाँ तत्कालीन कारण ਹੁਣ ਸਭ ਤੋਂ ਪਹਿਲਾਂ ਦੇਖੋ ਚਾਰਟ ਨੂੰ ਦੇਖੋ ਫਿਰ ਰਾਜਨੀਤਿਕ ਕਾਰਨ ਵਿੱਚ ਕੀ ਸੀ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ ਜਦੋਂ ਪੇਸ਼ਵਾ ਬਾਜੀਰਾਓ ਦੀ ਮੌਤ ਹੋਈ ਸੀ ਨਾ ਉਸ ਤੋਂ ਬਾਅਦ ਜਿਹੜਾ ਉੱਤਰਾਧਿਕਾਰੀ ਕਿਹਨੂੰ ਬਣਾਇਆ ਗਿਆ ਸੀਗਾ नाना साहब पेशवा कापी पे लिखो पेशवा बाजी राव ठीक है राव दी मौत बाद की है नाना साहब ने उत्तराधिकारी बनाया सी जब फिर की है जेडे अंग्रेज सी ना उन्होंने जेडे नाना साहब दी की सी पेंशन बंद कर दी सी इस दे मतलब नाना साहब ने चंगा नहीं लगा फिर के नाना साहब की थे अंग्रेजों के विरोध हो गए उन्होंने विरोध की विद्रोह किया ठीक है पहला काम ये हो गया राजनीतिक काल में ये हो गया फिर है मुगल बादशाह बहादुर शाह नाल बुरा व्यवहार करना मुगल बादशाह इन्ना लिख लिया बच्चे तुसी हाँ जी मैम मुगल बादशाह बहादुर शाह नाल किया बुरा व्यवहार करना मुगल बादशाह बहादुर शाह नाल बुरा सलूक कि जेड़ा अंग्रेज सी ना उन्होंने पता की किया सी मुगल बादशाह ਨੂੰ ਕਹਿੰਦੇ ਜਦੋਂ ਤੇਰੀ ਮੌਤ ਹੋ ਗਈ ਨਾ ਉਸ ਤੋਂ ਬਾਅਦ ਕੀ ਹੈ ਤੇਰੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਮੌਤ ਤੋਂ ਬਾਅਦ ਕੀ ਹੈ ਤੇਰਾ ਮੈਂ ਲਾਲ ਕਿਲੇ ਤੇ ਕੀ ਹੈ ਕਬਜ਼ਾ ਕਰ ਲੈਣਾ ਲਾਲ ਕਿਲੇ ਤੇ ਕਬਜ਼ਾ ਕਰ ਲੈਣਾ ਠੀਕ ਹੈ ਜੋ ਕਹਿੰਦੇ ਜਿਹੜੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਕੀ ਸੀ ਆਪਣਾ ਅਪਮਾਨ ਸਮਝਿਆ ਠੀਕ ਹੈ ਉਹ ਵੀ ਕੀ ਹੈ ਅੰਗਰੇਜ਼ਾਂ ਦੇ ਵਿਰੋਧ ਹੋ ਗਿਆ ਤੇ ਉਹਨੇ ਵਿਰੋਧ ਕੀਤਾ ਠੀਕ ਹੈ ਹੁਣ ਅਸੀਂ ਦੇਖਦੇ ਹਾਂ ਲਾਰਡ ਡਲਹੌਜ਼ੀ ਦੁਆਰਾ ਲੈਫਟ ਦੀ ਨੀਤੀ ਅਪਣਾਉਣਾ ਠੀਕ ਹੈ ਦੇਖੋ ਕਾਪੀ ਤੇ ਲਾਰਡ ਡਲਹੌਜ਼ੀ ਦੁਆਰਾ ਲੈਫਟ ਦੀ ਨੀਤੀ ਤੇ ਇਹਦੇ ਵਿੱਚ ਕੀ ਸੀਗਾ ਲਾਰਡ ਡਲਹੌਜ਼ੀ ਨੇ ਨਾ ਲੈਫਟ ਦੀ ਨੀਤੀ ਬਣਾਈ ਸੀ ਹਨਾ ਇਹਦੇ ਵਿੱਚ ਕੀ ਸੀ ਜੇਕਰ ਕੋਈ ਹਿੰਦੂ ਰਾਜਾ ਕੋਈ ਵੀ ਰਾਜਾ ਆ ਭਾਰਤ ਵਿੱਚ ਠੀਕ ਹੈ जेकर कोई गोदली स्थान लेता है ना उन्होंने वारस नहीं मानता ठीक है कि या फिर राजा में चंगा नहीं लगा उन्हें किन्ने फिर उन्होंने विरोध करता है जो कि लैफ्ट नीति उन्होंने चंगी नहीं लगी ठीक है
ਲੱਗ ਗਈ ਸਮਝ? ਹਾਂਜੀ ਹਾਂਜੀ ਬੱਚੇ, ਜਿੰਨਾ ਮੈਂ ਤੁਹਾਨੂੰ ਪੜਾਇਆ ਤਾਂ ਸਮਝ ਲੱਗ ਗਈ? ਹਾਂਜੀ ਮੈਮ। ਠੀਕ ਹੈ ਬੱਚੇ, ਹੁਣ ਆਪਣੇ ਕਾਪੇ ਬੰਦ ਕਰ ਲਓ ਤੇ ਮੈਂ ਤੁਹਾਨੂੰ ਸਵਾਲ ਪੁੱਛਦੀ ਹਾਂ। ਠੀਕ ਆ, ਸਭ ਤੋਂ ਪਹਿਲਾਂ ਮੈਨੂੰ ਦੱਸੋ ਜੋ ਨਾਨਾ ਸਾਹਿਬ ਸੀ ਕਿਸ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਬਣਾਇਆ ਗਿਆ ਸੀ? ਕਿਹਦੀ ਮੌਤ ਹੋਈ ਸੀ ਤੇ ਬਾਅਦ ਵਿੱਚ ਕਿਹਨੂੰ ਉਤਰਾਧਿਕਾਰੀ ਬਣਾਇਆ ਗਿਆ ਸੀ? ਕਿਹਦੀ ਮੌਤ ਹੋਈ ਸੀ? ਹਾਂਜੀ ਹਾਂਜੀ ਬੋਲੋ, ਕੋਈ ਗੱਲ ਨਹੀਂ, ਬੋਲੋ, ਕੁਛ ਤਾਂ ਬੋਲੋ। ਸ਼ਾਬਾਸ਼ ਬੱਚੇ, ਬੋਲੋ, ਕੁਛ ਨਾ ਕੁਛ ਬੋਲੋ। ਇੱਕ ਵਾਰ ਫਿਰ ਦੇਖ ਲਓ, पेशवा बाजीराव। ठीक है, पेशवा बाजीराव की मौत पर हम बच्चे ध्यान ਨਾਲ नोट करना है। ठीक है, दिमाग 'ਚ ਰੱਖਣੀ ਗੱਲ। ठीक है बच्चे, ਹੁਣ ਮੈਨੂੰ ਦੱਸੋ ਹੁਣ ਸੀਗਾ ਕਿਸ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਕਿਸ ਤੇ ਕਬਜ਼ਾ ਕੀਤਾ ਸੀ? ਮੁਗਲਾ ਬਾਦਸ਼ਾਹ ਸ਼ਾਹਜਹਾਂ। ਹਾਂਜੀ ਠੀਕ ਹੈ, ਹੁਣ ਦੱਸੋ ਮੈਨੂੰ ਲੈਪਸ ਦੀ ਨੀਤੀ ਕੀ ਸੀਗੀ? ਇਹਦੇ ਵਿੱਚ ਕੀ ਸੀਗਾ ਲੈਪਸ ਦੀ ਨੀਤੀ ਤੇ? ਭਾਰਤੀਆਂ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲ ਹਾਂਜੀ ਦੱਸੋ ਬੱਚੇ। ਜਿਹੜੇ ਗੋਦ ਲਏ ਪੁੱਤਰਾਂ ਨੂੰ ਵਾਰਿਸ ਨਹੀਂ ਮੰਨਿਆ ਜਾਂਦਾ ਸੀ। ਇਹ ਸੀ ਲੈਪਸ ਦੀ ਨੀਤੀ। ਠੀਕ ਹੈ ਬੱਚੇ, ਹੁਣ ਅਸੀਂ ਅੱਗੇ ਚੱਲਦੇ ਹਾਂ। ਠੀਕ ਹੈ, ਹੁਣ ਆ ਕੇ ਸਮਾਜਿਕ ਤੇ ਆਰਥਿਕੀਕਰਨ। ਪਹਿਲਾਂ ਕੀ ਸੀ? ਸਮਾਜਿਕ ਅਤੇ ਧਾਰਮਿਕ ਰਸਮਾਂ ਵਿੱਚ ਦਖਲਅੰਦਾਜ਼ੀ। ਬੈਂਟਿੰਗ ਸੀ ਤੇ ਲਾਡਲ ਹੋ ਕੀ ਆ ਤਾਂ ਜਿਹੜੇ ਭਾਰਤ ਵਿੱਚ ਚਲੇ ਧਰਮ ਸੀਗੇ ਸੁਧਾਰ ਕੀਤੇ ਸੀ, ਜਿਸ ਤਰ੍ਹਾਂ ਕਿ ਭਾਰਤ ਵਿੱਚ ਸਤੀ ਪ੍ਰਥਾ ਸੀ, ਕੰਨਿਆ ਭਰੂਣ ਹੱਤਿਆ ਸੀ, ਠੀਕ ਆ ਹੁੰਦੀ ਸੀ ਨਾ, ਉਹਨਾਂ ਨੇ ਕੀ ਆ ਉਹਨਾਂ ਵਿੱਚ ਸੁਧਾਰ ਕੀਤਾ ਸੀ, ਉਹਨਾਂ ਦੀ ਮਨਾਹੀ ਕੀਤੀ ਸੀ। ਬੱਚੇ ਹਾਂਜੀ ਮਤਲਬ ਕਿ ਸੀ ਸਤੀ ਪ੍ਰਥਾ ਸੀ, ਕੰਨਿਆ ਭਰੂਣ ਹੱਤਿਆ ਸੀ, ਠੀਕ ਆ ਹੁੰਦੀ ਸੀਗੀ ਨਾ ਕੰਨਿਆ ਭਰੂਣ, ਉਹਨਾਂ ਨੇ ਕੀ ਸੁਧਾਰ ਕੀਤਾ? ਜਿੱਦਾਂ ਪਹਿਲਾਂ ਵਿਧਵਾ ਵਿਆਹ ਨਹੀਂ ਸੀ ਹੁੰਦੇ, ਫਿਰ ਉਹਨਾਂ ਨੇ ਕੀ ਵਿਧਵਾ ਵਿਆਹ ਨੂੰ ਵੀ ਮਨਜ਼ੂਰੀ ਦਿੱਤੀ ਸੀ। ਠੀਕ ਆ, ਤੇ ਬਾਲ ਵਿਵਾਹ ਤੇ ਵੀ ਰੋਕ ਲਗਾਈ ਸੀ, ਜੋ ਕਿ ਨਾ ਜਿਹੜੇ ਭਾਰਤੀ ਲੋਕ ਸੀ ਨਾ ਉਹਨਾਂ ਨੂੰ ਦਖਲਅੰਦਾਜ਼ੀ ਲੱਗੀ। ਫਿਰ ਉਹਨਾਂ ਨੇ ਕਿ ਇਹ ਵੀ ਇੱਕ ਵਿਦਰੋਹ ਦਾ ਕਾਰਨ ਹੋ ਗਿਆ। ਉਹਨਾਂ ਨੇ ਠੀਕ ਕੀਤਾ, ਪਰ ਭਾਰਤੀਆਂ ਨੂੰ ਕੀ ਸੀ ਉਹਨਾਂ ਦੇ ਧਾਰਮਿਕ ਕੰਮਾਂ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਲੱਗੀ ਸੀ। ਲੱਗੀ ਸਮਝ? ਹਾਂਜੀ ਹੁਣ ਦੇਖੋ ਈਸਾਈ ਧਰਮ ਦਾ ਪ੍ਰਚਾਰ। ਠੀਕ ਹੈ, ਜਿਹੜੇ ਅੰਗਰੇਜ਼ ਸੀ ਨਾ ਉਹਨਾਂ ਨਾਲ ਬਹੁਤ ਸਾਰੇ ਪਾਦਰੀ ਆਏ ਸੀ। ਠੀਕ ਹੈ, ਉਹਨਾਂ ਨੇ ਕੀ ਈਸਾਈ ਧਰਮ ਦਾ ਪ੍ਰਚਾਰ ਕੀਤਾ। ਉਹਨਾਂ ਨੇ ਨਾ ਲੋਕਾਂ ਨੂੰ ਜਾਇਦਾਦ ਮਕਾਨ ਇਹ ਲਾਜ ਦੇ ਕੇ ਕੀ ਆਪਣੇ ਧਰਮ ਨੂੰ ਅਪਣਾਉਂਦੇ ਸੀ, ਤੇ ਨਾਲ ਹੀ ਕੀ ਸੀ ਉਹ ਹਿੰਦੂ ਤੇ ਮੁਸਲਮਾਨਾਂ ਦੇ ਧਰਮ ਦਾ ਕੀ ਅਪਮਾਨ ਕਰਦੇ ਸੀ। ਠੀਕ ਹੈ, ਜਿਹੜੇ ਭਾਰਤੀ ਸੀ ਕਿ ਮਤਲਬ ਕਿ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਵੀ ਤੇ ਇੱਕ ਕਾਰਨ ਹੋ ਗਿਆ ਕਿ ਉਹਨਾਂ 1857 ਦੇ ਵਿਦਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਠੀਕ ਹੈ, ਹੁਣ ਹੈਗਾ ਭਾਰਤੀ ਲੋਕਾਂ ਦਾ ਵਰਤਾਓ। ਜਿਹੜੇ ਅੰਗਰੇਜ਼ ਸੀ ਨਾ ਉਹ ਭਾਰਤੀ ਲੋਕਾਂ ਨਾਲ ਪੂਰਾ ਵਰਤਾਓ ਕਰਦੇ ਸੀ। ਉਹਨਾਂ ਤੇ ਬਹੁਤ ਸਾਰੇ ਪਾਬੰਦੀ ਲਗਾਤੀ, ਜਿਸ ਤਰ੍ਹਾਂ ਕਿ ਸਿਨੇਮਾ ਕੋਈ ਵੀ ਜਗ੍ਹਾ ਸੀ ਨਾ ਉੱਥੇ ਉਹਨਾਂ ਦੀ ਕੀ ਪਾਬੰਦੀ ਲਗਾ ਦਿੱਤੀ ਸੀ। ਇੰਨਾ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਆਰਥਿਕੀਕਰਨ। ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ। ਕਿੱਦਾਂ? ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ। ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ। ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ। ਕੀ ਸੀ ਜਿਹੜੇ ਨਾ ਜਿਹੜੇ ਅੰਗਰੇਜ਼ ਸੀ ਇੰਗਲੈਂਡ ਤੋਂ ਆਏ ਸੀ ਨਾ, ਉਹ ਇਹ ਭਾਰਤ ਵਿੱਚ ਪਹਿਲਾਂ ਵਪਾਰ ਕਰਨ ਆਏ ਸੀ। ਠੀਕ ਆ, ਉਹ ਕੀ ਭਾਰਤ ਵਿੱਚ ਪਰਸਨ ਆਦ ਮਤਲਬ ਆਪਣੇ ਸ਼ਹਿਰ ਮਤਲਬ ਦੇਸ਼ ਇੰਗਲੈਂਡ ਲੈ ਕੇ ਜਾਂਦੇ ਸੀ। ਜਿਹੜੇ ਉੱਥੋਂ ਦੇ ਕਾਰਖਾਨੇ ਸੀ ਤੇ ਬਣ ਕੇ ਸਮਾਨ ਲਿਆਉਂਦੇ ਸੀ, ਉਹ ਕੀ ਭਾਰਤ ਵਿੱਚ ਕੀ ਮਹਿੰਗਾ ਮਤਲਬ ਵੇਚਦੇ ਸੀ। ਉਹ ਕੀ ਚਾਹੁੰਦੇ ਸੀ ਕਿ ਜਿਹੜਾ ਭਾਰਤ ਦਾ ਉਦਯੋਗ ਸੀ ਬਿਲਕੁਲ ਖਤਮ ਹੋ ਜਾਣ। ਪਰ ਭਾਰਤੀਆਂ ਨੂੰ ਵੀ ਆਪਣੇ ਇਹ ਵੀ ਖਤਰਾ ਕਿ ਸਾਡੇ ਸਾਰੇ ਮਤਲਬ ਉਦਯੋਗ ਬੰਦ ਕਰੀ ਜਾਂਦੇ ਆ। ਇਹ ਵੀ ਕਾਰਨ ਸੀਗਾ ਇਸ ਵਿਦਰੋਹ ਦਾ। ਠੀਕ ਹੈ, ਇਹ ਵੀ ਵਿਦਰੋਹ ਦੇ ਕਾਰਨ ਸੀ। ਠੀਕ ਹੈ ਬੱਚਿਓ, ਹੁਣ ਦੇਖੋ ਇਹ ਹੋ ਗਿਆ। ਹਾਂਜੀ ਮੈਮ। ਨੌਕਰੀਆਂ ਵਿੱਚ ਸਮਾਨਤਾ। ਜਿਹੜੇ ਭਾਰਤੀ ਲੋਕ ਸੀ, ਜਿਹੜੇ ਬਹੁਤ ਪੜ੍ਹੇ ਲਿਖੇ ਲੋਕ ਸੀ ਨਾ, ਉਹਨਾਂ ਨੂੰ ਜਿਹੜੇ ਅੰਗਰੇਜ਼ ਸੈਨਿਕ ਜਿਹੜੇ ਅੰਗਰੇਜ਼ ਘਰ ਇਹਨਾਂ ਨੂੰ ਘੱਟ ਤਨਖਾਹਾਂ ਤੇ ਘੱਟ ਅਹੁਦਿਆਂ ਤੇ ਰੱਖਿਆ ਜਾਂਦਾ ਸੀ। ਤੇ ਭਾਰਤੀਆਂ ਨੂੰ ਇਹ ਵੀ ਇੱਕ ਤਰ੍ਹਾਂ ਦਾ ਨਾ ਜ਼ੁਲਮ ਹੀ ਲੱਗਦਾ ਸੀ। ਉਹ ਵੀ ਤਾਂ ਉਹਨਾਂ ਵਾਂਗ ਵੀ ਪੜ੍ਹੇ ਸੀ ਨਾ। ਇਹ ਵੀ ਇੱਕ ਵਿਦਰੋਹ ਦਾ ਕੀ ਹੋ ਗਿਆ ਕਾਰਨ ਹੋ ਗਿਆ। ਫਿਰ ਹੋ ਗਿਆ ਨਾ, ਫਿਰ ਆ ਗਿਆ ਜ਼ਿਮੀਂਦਾਰਾਂ ਦੀ ਬੁਰੀ ਹਾਲਤ। ਕੀ ਸੀਗਾ? ਅੰਗਰੇਜ਼ਾਂ ਨੇ ਕੀ ਸੀ ਜਿਹੜੇ ਮਤਲਬ ਉਹਨਾਂ ਦੇ ਘਰ ਲੱਗੇ ਸੀ ਪਹਿਲਾਂ ਹਟ ਗਏ ਸੀ, ਅੰਗਰੇਜ਼ਾਂ ਨੇ ਉਹ ਫੇਰ ਘਰ ਲਗਾ ਦਿੱਤੇ ਹਨਾ, ਜੋ ਉਹਨਾਂ ਨੂੰ ਜ਼ਿਮੀਂਦਾਰਾਂ ਵੱਲੋਂ ਮਿਲੇ ਸੀਗਾ ਨਾ। ਇਹ ਵੀ ਕਾਰਨ ਹੋ ਗਿਆ ਵਿਦਰੋਹ ਦਾ। ਠੀਕ ਹੈ, ਹੁਣ ਸੈਨਿਕੀਕਰਨ। ਹੁਣ ਸੈਨਿਕੀਕਰਨ ਵਿੱਚ ਕੀ ਸੀਗਾ? ਜਿੱਦਾਂ ਜਿਹੜੇ ਭਾਰਤੀ ਸੈਨਿਕਾਂ ਨੂੰ ਕੀ ਸੀ ਅੰਗਰੇਜ਼ੀ ਸੈਨਿਕਾਂ ਨਾਲੋਂ ਕੀ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਠੀਕ ਹੈ,
ਕਿ ਇੱਕ ਨਾ 1855 ਵਿੱਚ ਇੱਕ ਨੀਤੀ ਨਿਕਲੀ ਸੀ, ਠੀਕ ਹੈ, ਜਿਸ ਵਿੱਚ ਕੀ ਆ ਭਾਰਤੀ ਸੈਨਿਕਾਂ ਨੂੰ ਕੀ ਆ ਸਮੁੰਦਰ ਤੋਂ ਪਾਰ ਅਲੱਗ ਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਸੀ, ਠੀਕ ਹੈ, ਜੋ ਕਿ ਖਤਰਨਾਕ ਸੀ। ਇਹ ਵੀ ਇੱਕ ਕਾਰਨ ਸੀ, ਠੀਕ ਆ। ਤਤਕਾਲੀਨ ਕਾਰਨ ਵਿੱਚ ਕੀ ਹੋ ਗਿਆ, ਇਹਦੇ ਵਿੱਚ ਕੀ ਆ ਕਿ ਅੰਗਰੇਜ਼ਾਂ ਨੇ ਨਾ ਚਾਬੀ ਵਾਲੇ ਕਾਰਤੂਸਾਂ ਦੀ ਵਰਤੋਂ ਕੀਤੀ ਸੀ, ਠੀਕ ਆ, ਜਿਸ ਵਿੱਚ ਗਾਂ ਦੀ ਨਾ ਚਾਬੀ ਲੱਗੀ ਸੀ, ਜੋ ਕਿ ਭਾਰਤੀ ਸੈਨਿਕਾਂ ਨੂੰ ਕੀ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਹਦਾ ਵਿਰੋਧ ਕੀਤਾ, ਠੀਕ ਆ। ਸਭ ਤੋਂ ਪਹਿਲਾਂ ਮੰਗਲ ਪਾਂਡੇ ਨੇ ਇਸ ਦਾ ਵਿਰੋਧ ਕੀਤਾ ਸੀ, ਠੀਕ ਹੈ। ਇਹਨਾਂ ਲਾ ਕੇ ਸਮਝ। ਹਾਂਜੀ ਮੈਮ। ਹਾਂਜੀ, ਹੁਣ ਅੱਗੇ ਆਪਾਂ ਜਾਣਦੇ ਆ ਘਟਨਾਵਾਂ ਕਿਹੜੀਆਂ। ਸਭ ਤੋਂ ਪਹਿਲਾਂ ਬੈਰਕਪੁਰ। 1857 ਈਸਵੀ ਦਾ ਜਿਹੜਾ ਵਿਦਰੋਹ ਨਾ ਬੈਰਕਪੁਰ ਵਿੱਚ ਸ਼ੁਰੂ ਹੋਇਆ। ਕਿੱਥੇ ਸ਼ੁਰੂ ਹੋਇਆ? ਬੈਰਕਪੁਰ ਵਿੱਚ। ਹਾਂਜੀ, ਇਸ ਦੀ ਜਿਹੜੀ ਅਗਵਾਈ ਹੈ ਨਾ, ਬੈਰਕਪੁਰ ਦੀ ਅਗਵਾਈ ਨਾ ਮੰਗਲ ਪਾਂਡੇ ਨੇ ਕੀਤੀ ਸੀ, ਠੀਕ ਆ, ਮੰਗਲ ਪਾਂਡੇ ਨੇ। ਕੀਤੀ ਸੀ, ਠੀਕ ਆ। ਉਸਨੇ ਸਾਹਮਣਾ ਜਿਹੜੇ ਚਾਬੀ ਕਾਰਤੂਸਾਂ ਨੂੰ ਨਾ ਵਰਤੋਂ ਤੋਂ ਨਿਕਾਲ ਕਰ ਦਿੱਤਾ ਤੇ ਉਸਨੇ ਹੋਰ ਸੈਨਿਕਾਂ ਨੂੰ ਵੀ ਕਿਹਾ, ਠੀਕ ਆ। ਤੇ ਫਿਰ ਕੀ ਅੰਗਰੇਜ਼ਾਂ ਨੇ ਕੀ ਉਹਨੂੰ ਕਬਜ਼ਾ ਕਰ ਲਿਆ। ਫਿਰ ਆ ਗਿਆ ਮੇਰਠ ਦੀ ਘਟਨਾ। ਮੇਰਠ ਵਿੱਚ 85 ਭਾਰਤੀ ਸੈਨਿਕਾਂ ਨੇ ਚਾਬੀ ਵਾਲੇ ਕਾਰਤੂਸਾਂ ਨੂੰ ਕੀ ਆ ਵਰਤਣ ਤੋਂ ਇਨਕਾਰ ਕਰ ਦਿੱਤਾ, ਠੀਕ ਆ। ਫਿਰ ਉਹਨਾਂ ਨੂੰ ਕੈਦੀ ਕਰ ਲਿਆ। ਇਹ ਬਹੁਤ ਮਤਲਬ ਭਿਆਨਕ ਘਟਨਾ ਹੋਈ, ਇਹਦੇ ਵਿੱਚ ਦਿੱਲੀ ਦਾ ਬਹੁਤ ਵਾਪਰਿਆ ਸੀ, ਠੀਕ ਆ। ਫਿਰ ਹੁਣ ਅਸੀਂ ਜਾਣਦੇ ਹਾਂ ਦਿੱਲੀ ਦੀ ਘਟਨਾ, ਜਿਹੜੀ ਮੇਰਠ ਦੀ ਘਟਨਾ ਤੋਂ ਬਾਅਦ ਹੈ ਨਾ। ਆ ਦੇਖਦਾ ਨਾ 11 ਮਈ 1857 ਨੂੰ 11 ਮਈ 1857 ਈਸਵੀ ਨੂੰ ਕਿਹਾ ਭਾਰਤੀ ਸੈਨਿਕ ਕਿੱਥੇ ਪਹੁੰਚੇ? ਦਿੱਲੀ ਪਹੁੰਚੇ। ਕਿੱਥੇ ਪਹੁੰਚੇ ਆ? ਦਿੱਲੀ ਪਹੁੰਚੇ, ਠੀਕ ਹੈ। ਹਾਂਜੀ ਮੈਮ। ਉਹ ਪੁੱਜੇ ਸੀ, ਠੀਕ ਹੈ। ਤੇ ਉਹਨਾਂ ਨੇ ਕੀ ਆ ਜਿਹੜਾ ਉੱਥੇ ਅੰਗਰੇਜ਼ ਅਫਸਰ ਰਿਪਲੇ ਸੀ, ਉਹਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੀ ਉਹ ਕਾਮਯਾਬ ਨਹੀਂ ਹੋ ਸਕਿਆ। ਉਹ ਅੱਗੇ ਤੋਂ ਅੱਗੇ ਵੱਧਦੇ ਗਏ, ਠੀਕ ਹੈ। ਉਹਨਾਂ ਨੇ ਬਹੁਤ ਸਾਰੇ ਅੰਗਰੇਜ਼ ਅਫਸਰਾਂ ਨੂੰ ਮਾਰ ਦਿੱਤਾ, ਕਰਨਲ ਨੂੰ ਮਾਰ ਦਿੱਤਾ, ਠੀਕ ਹੈ। ਫਿਰ ਉਹਨਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਆਪਣਾ ਨਾ ਸ਼ਾਸਕ ਬਣਾ ਲਿਆ, ਠੀਕ ਆ। ਤੇ ਜਿਹੜੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਕੀ ਆ ਉਹਨਾਂ ਨੇ ਬਾਅਦ ਵਿੱਚ ਕੈਦ ਕਰ ਲਿਆ ਤੇ ਇਹਨੂੰ ਰੰਗੂਨ ਭੇਜ ਦਿੱਤਾ। ਹੁਣ ਅਸੀਂ ਦਿੱਲੀ ਦੀ ਹੋ ਗਿਆ ਨਾ ਦਿੱਲੀ ਦੀ ਘਟਨਾ। ਹੁਣ ਅਸੀਂ ਜਾਂਦੇ ਕਾਨਪੁਰ ਦੀ ਘਟਨਾ। ਨਾਨਾ ਸਾਹਿਬ ਸੀ ਨਾ, ਉਹਨਾਂ ਨੇ ਕੀ ਆ ਤਾਂਤੀਆ ਟੋਪੇ ਦੀ ਮਦਦ ਨਾਲ ਕੀ ਆ ਕਾਨਪੁਰ ਤੇ ਕਬਜ਼ਾ ਕਰ ਲਿਆ ਤੇ ਕਈ ਅਫਸਰਾਂ ਦਾ ਕਤਲ ਕਰ ਦਿੱਤਾ ਗਿਆ। ਬਾਅਦ ਵਿੱਚ ਕੀ ਆ ਮਤਲਬ ਉਹਨਾਂ ਦਾ ਜਿਹੜਾ ਕੀ ਸੀਗਾ ਵਿਦਰੋਹ ਸੀ ਸਫਲ ਹੋ ਗਿਆ ਨਾ। ਤੇ ਉਹ ਦੋਨੋਂ ਜਾਣੇ ਕਿਤੇ ਨਾ ਉਹ ਕਿਤੇ ਕੋਈ ਜਿਹੜਾ ਸੀਗਾ ਤਾਂਤੀਆ ਟੋਪੇ ਉਹ ਝਾਂਸੀ ਚਲ ਗਿਆ ਸੀ, ਹਨਾ, ਠੀਕ ਹੈ ਨਾ। ਇਹ ਵੀ ਵਿਦਰੋਹ ਹੋਇਆ ਸੀ। ਫਿਰ ਹੈਗਾ ਲਖਨਊ ਦੀ ਘਟਨਾ। ਲਖਨਊ ਕੀ ਆ ਅਵਧ ਦੀ ਰਾਜਧਾਨੀ ਸੀ। ਅਵਧ ਦੀ ਰਾਜਧਾਨੀ ਬੱਚੇ, ਅਵਧ ਦੀ ਰਾਜਧਾਨੀ, ਠੀਕ ਆ। ਹੁਣ ਕੀ ਹੈ ਝਾਂਸੀ ਦੀ ਰਾਣੀ ਲక్ష్ਮੀ ਬਾਈ ਦੇ ਦਿਲ ਵਿੱਚ ਕਿਸੇ ਅੰਗਰੇਜ਼ਾਂ ਪ੍ਰਤੀ ਨਾਰਾਜ਼ਗੀ ਸੀ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਰਾਣੀ ਦੇ ਗੋਦਲੇ ਪੁੱਤਰ ਨੂੰ ਵਾਰਿਸ ਮੰਨਣ ਤੋਂ ਕੀ ਇਨਕਾਰ ਕੀਤਾ, ਕਿਉਂਕਿ ਲੈਸਟ ਦੀ ਨੀਤੀ ਸੀ ਨਾ, ਉਹਨੇ ਗੋਦ ਲਿਆ ਸੀ। ਪਹਿਲਾਂ ਵੀ ਦੱਸਿਆ ਸੀਗਾ ਲੈਸਟ ਨੀਤੀ ਵਿੱਚ ਇਹੀ ਸੀਗਾ ਕਿ ਗੋਦਲੇ ਪੁੱਤਰ ਨੂੰ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ ਸੀ। ਉਹਨੇ ਇਸ ਗੱਲ ਦਾ ਵਿਰੋਧ ਸੀ। ਜਿਹੜੀ ਰਾਣੀ ਝਾਂਸੀ ਸੀ ਨਾ, ਉਹਨੇ ਬਹੁਤ ਡਟ ਕੇ ਮੁਕਾਬਲਾ ਕੀਤਾ, ਇੰਨੀ ਬਹਾਦਰੀ ਨਾਲ ਹੈ ਨਾ। ਉਸ ਲੇਡੀ ਨੇ ਝਾਂਸੀ ਦੀ ਰਾਣੀ ਸੁਣਿਆ ਹੋਣਾ ਤੁਸੀਂ, ਠੀਕ ਆ। ਮਤਲਬ ਉਹਨਾਂ ਨੇ ਨਾ ਵਿਰੋਧ ਨਾਲ ਡਟ ਕੇ ਬੜੀ ਬਹਾਦਰੀ ਨਾਲ, ਠੀਕ ਆ। ਬਾਅਦ ਵਿੱਚ ਕੀ ਆ ਮਤਲਬ ਇਸ ਯੁੱਧ ਦੌਰਾਨ ਸ਼ਹੀਦੀ ਪਾ ਗਈ, ਠੀਕ ਆ। ਤਾਂਤੀਆ ਟੋਪੇ ਦੇ ਵੀ ਬਾਅਦ ਵਿੱਚ ਗ੍ਰਿਫਤਾਰੀ ਹੋ ਗਈ ਤੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ, ਠੀਕ ਆ। ਹੁਣ ਅਸੀਂ ਆਹ ਘਟਨਾਵਾਂ ਲੈਣੇ। ਹੁਣ ਅਸੀਂ ਦੇਖਦੇ ਪੰਜਾਬ ਵਿੱਚ ਕੀ ਸੀ, ਠੀਕ ਆ। ਭਾਵੇਂ ਪੰਜਾਬ ਦੀ ਰਾਜਸਥਾਨੀ ਸ਼ਾਸਕਾਂ ਨੇ ਕੀ 1857 ਈਸਵੀ ਦੇ ਵਿਦਰੋਹ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ, ਪਰੰਤੂ ਕਈ ਪੰਜਾਬ ਦੇ ਅਜਿਹੇ ਇਲਾਕੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਕੀ ਕੀਤਾ ਸੀ? ਵਿਦਰੋਹ ਕੀਤਾ ਸੀ। ਫਿਰੋਜ਼ਪੁਰ, ਠੀਕ ਆ। ਫਿਰੋਜ਼ਪੁਰ ਲਿਖੋ ਕਾਪੇ ਨੇ। ਫਿਰੋਜ਼ਪੁਰ, पेशावर, देखते पे बच्चे? हाँ जी मैम। पेशावर हो गया, पोती माने मैदान, पोती मैदान, ठीक है। इन्हां इलाके विच की सीगा जलंधर भी हो गया, जिन्हां विचों जलंधर आदि इलाके विच की आ अंग्रेजां दा विरोध होया सी, ठीक है बच्चे। हाँ जी मैम। हुण आ देखो विद्रोह विच पंजाबी दा योगदान, सैनिकां ने भी बगावत कीती सी, तुसीं पहलां भी देखिया ना। ਇੱਥੇ ਦੇ ਜਿਹੜੇ ਕੋ ਸੈਨਿਕ ਸੀ ਉਹਨਾਂ ਨੂੰ ਕਿਸੇ ਅੰਗਰੇਜ਼ਾਂ ਦੀ ਨੀਤੀਆਂ ਨਹੀਂ ਸੀ ਚੰਗੀ ਲੱਗਦੀਆਂ, ਉਹਨਾਂ ਨੇ ਵੀ ਵਿਦਰੋਹ ਕੀਤੇ, ਠੀਕ ਆ। ਤੇ ਲੋਕਾਂ ਦੀ ਜਿੱਦਾਂ ਹੋ ਗਿਆ ਲੁਧਿਆਣੇ ਵਿੱਚ ਜਿਹੜੇ ਲੋਕ ਸੀ ਨਾ
ਉਹਨਾਂ ਨੇ ਵੀ ਮਤਲਬ ਬਗਾਵਤ ਸਟਾਰਟ ਕਰ ਦਿੱਤੀ, ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਨੀਤੀਆਂ ਨਾ ਉਹਨਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਉਹ ਕਿਸ ਤਰ੍ਹਾਂ ਜ਼ੁਲਮ ਕਰਦੇ ਸੀ, ਇਹ ਵੀ ਕਾਰਨ ਸੀ ਕਿ ਮਤਲਬ ਪੰਜਾਬ ਵਿੱਚ ਵੀ ਹੋਇਆ ਹੈ ਨਾ। ਫਿਰ ਹੈਗਾ ਸਰਦਾਰ ਅਹਿਮਦ ਖਾਨ ਦੀ ਸਰਦਾਰ ਅਹਿਮਦ ਖਾਨ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਕੀ ਆ ਬਗਾਵਤ ਕੀਤੀ ਸੀ। ਠੀਕ ਆ। ਹੁਣ ਹੈਗਾ ਪ੍ਰਦੇਸ਼ ਦੀ ਫੋਕਸ ਅਬਦ ਰਿਆਸਤ ਤਾਂ ਬੜੀ ਅਮੀਰ ਸੀ ਹੈ ਨਾ, ਜਿਹੜੀ ਅਬਦ ਦੀ ਰਿਆਸਤ ਕੀ ਸੀ ਅਮੀਰ ਸੀ। ਅੰਗਰੇਜ਼ਾਂ ਨੇ ਇਸ ਦੀ ਕਬਜ਼ਾ ਕਰਨ ਲਈ ਮਤਲਬ ਅਨੁਚਿਤ ਢੰਗ ਅਪਣਾਏ। ਜਿਹੜਾ ਅਬਦ ਦਾ ਨਵਾਬ ਵਾਜਿਦ ਅਲੀ ਸ਼ਾਹ ਹਮੇਸ਼ਾ ਕੀ ਆ ਅੰਗਰੇਜ਼ਾਂ ਦਾ ਵਫਾਦਾਰ ਰਿਹਾ ਸੀ, ਪਰੰਤੂ ਫਿਰ ਵੀ ਅੰਗਰੇਜ਼ਾਂ ਨੇ ਉਹਦੀ ਵਫਾਦਾਰੀ ਦੇ ਵਿਰੁੱਧ ਹੋ ਕੇ ਫਿਰ ਵੀ ਉਹਦੇ ਨਾਲ ਕੇ ਕੀ ਆ ਕਬਜ਼ਾ ਕਰ ਲਿਆ। ਫਿਰ ਜਿਹੜਾ ਮਤਲਬ ਬਾਦਸ਼ਾਹ ਸੀ ਉਹ ਵੀ ਉਸਦੇ ਵਿਰੁੱਧ ਹੋ ਗਿਆ ਤੇ ਉਹਨਾਂ ਨੇ ਕੀ ਆ ਵਿਦਰੋਹ ਕੀਤਾ। ਲੱਗੇ ਸਮਝ ਕੇ 1855 ਦਾ ਵਿਦਰੋਹ ਕੀ ਸੀ? ਹਾਂਜੀ ਮੈਮ। ਜੇ ਕੋਈ ਸਮਝ ਨਹੀਂ ਲੱਗੀ ਬੱਚੇ ਮੈਂ ਤਾਂ ਪੁੱਛ ਸਕਦੇ ਹੋ। ਨਹੀਂ ਮੈਮ। ठीक है, मैं थोड़ा देर पढ़ लो, मैं तब तक प्रश्न पूछूंगी फिर। ठीक है, थोड़ा रीडिंग ले लो। मैम ले ली। बच्चे का नहीं समझ लग गया? हाँ जी मैम। ठीक है। तो जिहड़ा मेरठ तो बाद जिहड़ा 11 मई 1855 ਨੂੰ ਕਿੱਥੇ ਪਹੁੰਚਿਆ ਸੀ? दिल्ली। हाँ जी। ਤੇ ਨਾਨਾ ਸਾਹਿਬ ਨੇ ਕਿਸ ਦੀ ਮਦਦ ਲਈ ਸੀ? ईसाई धर्म। ਨਾਨੇ ਸਾਹਿਬ ਨੇ ਕਿਸ ਦੀ ਮਦਦ ਲਈ ਸੀਗੀ ਬੱਚਾ? ਬੱਚੇ ਦੱਸਿਓ। तांतिया टोपी। हाँ जी, मैं दसो कि 1857 ਦਾ ਵਿਦਰੋਹ ਕਿੱਥੇ ਸ਼ੁਰੂ ਹੋਇਆ ਸੀ? दिल्ली। ਦਿੱਲੀ ਵਿੱਚ ਹੋਇਆ ਸੀ। ਬੱਚੇ ਦੇਖੋ ਇਹ ਧਿਆਨ ਨਾਲ ਸੋਚੋ। बैरकपुर। हाँ जी। ਤੇ ਝਾਂਸੀ ਦੀ ਰਾਣੀ ਕਿਉਂ ਨਾਰਾਜ਼ ਸੀ ਅੰਗਰੇਜ਼ਾਂ ਤੋਂ? क्योंकि उन्होंने उससे गोद लए पुत्र ਨੂੰ हाँ जी वारिस नहीं मन्निया गया। हाँ जी शाबाश। ਹੁਣ ਬੱਚੇ ਘਰ ਦਾ ਕੰਮ ਨੋਟ ਕਰੋ। ईस्वी का विद्रोह के कारण घटनामा बारे लेके आना। बच्चे लेके आना है, ठीक है? हाँ जी। नोट कर लिया तुसी?